Friends, now we will continue the tenses. So here is the second, the simple past. पहला ਆਪਾਂ present ਕੀਤਾ, ਹੁਣ ਆਪਾਂ past ਕਰਾਂਗੇ. So past ਵਿੱਚ ਕੀ ਆ, it's also the basic tense. ਇਹ ਵੀ basic tense ਆ, ਠੀਕ ਹੈ. In the simple past tense we used to refer about the action that completed in past time. ਇਹਦੇ ਵਿੱਚ ਆਪਾਂ past time ਦੀ ਗੱਲ ਕਰਦੇ ਹਾਂ. The simple past tense is also used to talk about past habits. ਪਾਸਟ ਦੀਆਂ ਜਿਹੜੀਆਂ ਹੈਬਿਟਸ ਹੁੰਦੀਆਂ ਨੇ ਜਾਂ ਫੈਕਟਸ ਹੁੰਦੇ ਨੇ ਜਾਂ ਇਨਸੀਡੈਂਟਸ ਹੁੰਦੇ ਨੇ ਉਹਨਾਂ ਬਾਰੇ ਆਪਾਂ ਗੱਲ ਕਰਨ ਵਾਸਤੇ ਪਾਸਟ ਟੈਂਸ ਨੂੰ ਯੂਜ਼ ਕਰਦੇ ਹਾਂ. ਸੋ ਹੇਅਰ ਇਜ਼ ਦਾ ਫਾਰਮੂਲਾ. ਕੀ ਫਾਰਮੂਲਾ ਹੁੰਦਾ ਆ? ਟੂ ਮੇਕ ਦਾ ਸਿੰਪਲ ਪਾਸਟ ਟੈਂਸ ਵੀ ਯੂਜ਼ ਸੈਕਿੰਡ ਫਾਰਮ ਆਫ ਦਾ ਵਰਬ. ਇਹਦੇ ਵਿੱਚ ਆਪਾਂ ਸੈਕਿੰਡ ਫਾਰਮ ਆਫ ਦਾ ਵਰਬ ਯੂਜ਼ ਕਰਦੇ ਹਾਂ. बट इन द नैगेटिव और इंटैरोगेटिव जिमें ਆਪਾਂ ਪ੍ਰੈਜ਼ੈਂਟ ਦੇ ਵਿੱਚ ਡੂ ਡਜ਼ ਯੂਜ਼ ਕਰਦੇ ਸੀ, ਇਹਦੇ ਵਿੱਚ ਆਪਾਂ ਡਿਡ ਯੂਜ਼ ਕਰਦੇ ਹਾਂ. ਔਰ ਜਦੋਂ ਆਪਾਂ ਡਿਡ ਯੂਜ਼ ਕਰਦੇ ਹਾਂ ਫਿਰ ਵਰਬ ਦੀ ਫਸਟ ਫਾਰਮ ਨਾਲ ਲੱਗ ਜਾਂਦੀ ਹੈ. ਕਿਵੇਂ? ਐਗਜ਼ਾਮਪਲਸ ਆਰ ਹੇਅਰ. ਫਸਟ ਆਫ ਆਲ ਐਫਰਮੇਟਿਵ ਸੈਂਟੈਂਸਿਸ ਜਿਹੜੇ ਸਿੰਪਲ ਸੈਂਟੈਂਸਿਸ ਹੁੰਦੇ ਨੇ, ਲਾਈਕ ਹੀ ਪਲੇਡ ਕ੍ਰਿਕਟ, ਆਪਾਂ ਵਰਬ ਦੀ ਸੈਕਿੰਡ ਫਾਰਮ ਯੂਜ਼ ਕੀਤੀ ਇੱਥੇ, ਠੀਕ ਹੈ. ਹੁਣ ਨੈਕਸਟ ਆ ਇੰਟੈਰੋਗੇਟਿਵ. ਹੁਣ ਇੰਟੈਰੋਗੇਟਿਵ ਦੇ ਵਿੱਚ ਆਪਾਂ ਡਿਡ ਯੂਜ਼ ਕਰ ਲਿਆ, ਠੀਕ ਆ. ਜਦੋਂ ਆਪਾਂ ਡਿਡ ਯੂਜ਼ ਕਰ ਲਿਆ ਫਿਰ ਵਰਬ ਦੀ ਫਸਟ ਫਾਰਮ ਆ ਜਾਏਗੀ, ਡਿਡ ਹੀ ਪਲੇ ਕ੍ਰਿਕਟ. ਹੁਣ ਇੱਥੇ ਡਿਡ ਜਿਹੜਾ ਸਭ ਨਾਲ ਯੂਜ਼ ਹੋਣਾ, ਚਾਹੇ ਉਹ ਸਿੰਗੂਲਰ ਆ, ਚਾਹੇ ਉਹ ਪਲੂਰਲ ਆ, ਚਾਹੇ ਉਹ ਫਸਟ ਪਰਸਨ ਆ, ਚਾਹੇ ਸੈਕਿੰਡ ਆ ਜਾਂ ਥਰਡ ਆ. ਨੈਕਸਟ ਇਜ਼ ਨੈਗੇਟਿਵ, ਹੀ ਡਿਡ ਨਾਟ ਪਲੇ ਕ੍ਰਿਕਟ. ਸੇਮ ਇੱਥੇ ਵੀ ਇਹੀ ਚੀਜ਼ ਆ, ਸਿੰਗੂਲਰ ਆ, ਆਪਾਂ ਇੱਥੇ ਡਿਡ ਯੂਜ਼ ਕੀਤਾ. ਡਿਡ ਯੂਜ਼ ਕਰਨ ਦੇ ਨਾਲ, ਕਿਉਂਕਿ ਡਿਡ ਜਿਹੜੀ ਆਲਰੇਡੀ ਸੈਕਿੰਡ ਫਾਰਮ ਆ, ਇਸ ਲਈ ਆਪਾਂ ਡਿਡ ਯੂਜ਼ ਕਰਕੇ ਨਾਲ ਜਿਹੜੀ ਵਰਬ ਦੀ ਫਸਟ ਫਾਰਮ ਆ ਜਾਏਗੀ. ਸੋ ਫਸਟ ਆਫ ਆਲ ਸਟਰਕਚਰ ਦੇਖਾਂਗੇ ਇੰਟੈਰੋਗੇਟਿਵ ਸੈਂਟੈਂਸਿਸ. ਇੰਟੈਰੋਗੇਟਿਵ ਸੈਂਟੈਂਸਿਸ ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ? ਡਿਡ, ਦੈਨ ਸਬਜੈਕਟ, ਦੈਨ ਮੇਨ ਵਰਬ ਐਂਡ ਦੈਨ ਆਬਜੈਕਟ. ਫੋਰ ਐਗਜ਼ਾਮਪਲ, ਡਿਡ ਯੂ ਕਲੀਨ ਦ ਰੂਮ. ਹੁਣ ਇੱਥੇ ਕਿਉਂਕਿ ਡਿਡ ਯੂਜ਼ ਕਰ ਚੁੱਕੇ ਹਾਂ ਆਲਰੇਡੀ, ਸੋ ਇੱਥੇ ਵਰਬ ਦੀ ਫਸਟ ਫਾਰਮ ਕਿਹੜੀ ਆਏਗੀ? ਫਸਟ. ਸੈਕਿੰਡ ਇਜ਼ ਐਫਰਮੇਟਿਵ ਸੈਂਟੈਂਸਿਸ. ਐਫਰਮੇਟਿਵ ਸੈਂਟੈਂਸਿਸ ਦੇ ਵਿੱਚ ਆਪਾਂ ਸੈਕਿੰਡ ਫਾਰਮ ਆਫ ਵਰਬ ਦੀ ਯੂਜ਼ ਕਰਦੇ ਹਾਂ. ਮੈਂ ਆਲਰੇਡੀ ਦੱਸ ਚੁੱਕੀ ਹਾਂ ਤੁਹਾਨੂੰ, ਕਿਉਂਕਿ ਇਹਦੇ ਵਿੱਚ ਆਪਾਂ ਡਿਡ, ਡੂ, ਡਜ਼ ਕੁਛ ਇੱਦਾਂ ਦਾ ਨਹੀਂ ਯੂਜ਼ ਕਰਦੇ. ਸਿੰਪਲੀ ਹੀ ਸੈਕਿੰਡ ਫਾਰਮ ਜਿਹੜੀ ਉਹ ਯੂਜ਼ ਹੁੰਦੀ ਆ. ਫੋਰ ਐਗਜ਼ਾਮਪਲ, ਆਈ ਕਲੀਨਡ ਦਾ ਰੂਮ. ਸੋ ਸਬਜੈਕਟ ਆ ਗਿਆ ਆਈ, ਸੈਕਿੰਡ ਫਾਰਮ ਆ ਗਈ ਕਲੀਨਡ, ਔਰ ਦ ਰੂਮ ਕੀ ਆ ਗਿਆ? ਆਬਜੈਕਟ. ਨੈਕਸਟ ਆਰ ਨੈਗੇਟਿਵ ਸੈਂਟੈਂਸਿਸ. ਨੈਗੇਟਿਵ ਸੈਂਟੈਂਸਿਸ ਦੇ ਵਿੱਚ ਉਹ ਸੇਮ ਚੀਜ਼ ਹੀ ਆ, ਸਿਰਫ ਇੱਕ ਨੋਟ ਯੂਜ਼ ਹੋ ਜਾਣਾ, ਬਾਕੀ ਸਾਰਾ ਉਹੀ ਸੇਮ ਆ ਇੰਟੈਰੋਗੇਟਿਵ ਵਾਲਾ. ਸਬਜੈਕਟ ਆ ਗਿਆ, ਦੈਨ ਡਿਡ ਨਾਟ ਆ ਗਿਆ, ਦੈਨ ਮੇਨ ਵਰਬ ਆ ਗਿਆ, ਦੈਨ ਆਬਜੈਕਟ. ਆਈ ਡਿਡ ਨਾਟ ਕਲੀਨ ਦਾ ਰੂਮ. ਹੁਣ ਆਪਾਂ ਇੱਥੇ ਡਿਡ ਯੂਜ਼ ਕਰ ਲਿਆ, ਇਸ ਲਈ ਵਰਬ ਦੀ ਫਸਟ ਫਾਰਮ ਸਿੰਪਲ 'ਚ ਆ ਗਈ, ਠੀਕ. ਸੋ ਹੇਅਰ ਆਰ ਦ ਮੋਰ ਐਗਜ਼ਾਮਪਲਸ. ਡਿਡ ਯੂ ਈਟ ਬ੍ਰੇਕਫਾਸਟ? I did not eat breakfast. I ate breakfast. Did he play the violin? He played the violin. He did not play the violin. Next is simple future tense. Future or future indefinite tense. Future, you already know कि future ਜਦੋਂ ਆਪਾਂ future ਦੀ ਗੱਲ ਕਰਦੇ ਹਾਂ ਤਾਂ ਉਦੋਂ ਆਪਾਂ future tense ਦਾ use ਕਰਦੇ ਹਾਂ. Future simple tense is used to describe an action that will happen in the future. ਜਿਹੜਾ future ਦੇ ਵਿੱਚ ਕੰਮ ਹੋਏਗਾ ਉਹਨੂੰ ਆਪਾਂ ਐਕਸਪ੍ਰੈਸ ਕਰਨ ਦੇ ਵਾਸਤੇ future ਦੀ ਯੂਜ਼ ਕਰਦੇ ਹਾਂ tense ਦੀ. ਸੋ ਇਹਦਾ ਫਾਰਮੂਲਾ ਕੀ ਆ? will ਯੂਜ਼ ਕਰਦੇ ਹਾਂ with main verb. For example, I will do your homework. She will clean the room. He will not buy a car. ਹੁਣ will ਯੂਜ਼ ਕੀਤਾ ਔਰ verb ਦੀ simple first form ਜਿਹੜੀ ਉਹ ਆਏਗੀ. ਸੋ ਇਹਦੇ ਵਿੱਚ ਵੀ ਸਭ ਤੋਂ ਪਹਿਲਾਂ ਇੰਟੈਰੋਗੇਟਿਵ ਸੈਂਟੈਂਸਿਸ ਦੇਖ ਲੈਂਦੇ ਹਾਂ. ਸਭ ਤੋਂ ਪਹਿਲਾਂ ਆਪਾਂ ਵਿਲ ਆਏਗਾ, ਦੈਨ ਸਬਜੈਕਟ, ਦੈਨ ਮੇਨ ਵਰਬ. ਫੋਰ ਐਗਜ਼ਾਮਪਲ, ਵਿਲ ਹੀ ਰੀਡ. ਹੁਣ ਦੇਖੋ ਵਿਲ ਕੀ ਆ? ਵਿਲ ਆਲਰੇਡੀ ਇਹਦੇ ਵਿੱਚ ਲੱਗਿਆ ਹੋਇਆ ਫਾਰਮੂਲਾ 'ਚ, ਆਪਾਂ ਉਹ ਲਗਾ ਲਿਆ. ਸਬਜੈਕਟ ਕੀ ਆ ਗਿਆ? ਹੀ. ਮੇਨ ਵਰਬ ਕੀ ਆ ਗਈ? ਰੀਡ. ਓਕੇ. ਸੈਕਿੰਡ ਇਜ਼ ਐਫਰਮੇਟਿਵ ਸੈਂਟੈਂਸਿਸ. ਐਫਰਮੇਟਿਵ ਸੈਂਟੈਂਸਿਸ ਦਾ ਫਾਰਮੂਲਾ ਕੀ ਆ? ਸਬਜੈਕਟ ਆ ਗਿਆ ਸਭ ਤੋਂ ਪਹਿਲਾਂ, ਦੈਨ ਵਿਲ, ਦੈਨ ਮੇਨ ਵਰਬ. ਫੋਰ ਐਗਜ਼ਾਮਪਲ, ਹੀ ਵਿਲ ਰੀਡ. ਇਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਆ, ਸਿੰਪਲ ਨੇ, ਸਿਰਫ ਫਿਊਚਰ ਦੇ ਵਿੱਚ ਆਪਾਂ ਵਿਲ ਯੂਜ਼ ਕਰਦੇ ਹਾਂ. ਮੇਨ ਵਰਬ ਉਵੇਂ ਰਹਿੰਦੀ ਆ, ਸਬਜੈਕਟ ਉਵੇਂ ਰਹਿੰਦਾ, ਆਬਜੈਕਟ ਉਵੇਂ ਰਹਿੰਦਾ. ਥਰਡ ਇਜ਼ ਨੈਗੇਟਿਵ ਸੈਂਟੈਂਸਿਸ. ਸਬਜੈਕਟ, ਦੈਨ ਵਿਲ ਨਾਟ, ਐਂਡ ਦੈਨ ਮੇਨ ਵਰਬ. So it's simple is he will not read. So it's your whole future tense structure. Okay, interrogative sentences, affirmative sentences and
negative sentences. Okay, so here are the examples. Will they go to the market? ਹੁਣ ਇਹਦੇ ਵਿੱਚ singular plural ਵਾਲਾ ਕੋਈ confusion ਨਹੀਂ ਆ. They will go to the market. They will not go to the market. He will play football in that field. She will not jump the wall. So hope you understand these tenses carefully and properly.